ਤੁਸੀਂ ਆਪਣੀ ਜ਼ਿੰਦਗੀ ਦਾ ਏਮ ਮਤਲਬ ਬਹੁਤ ਸਾਰੇ ਲੋਕਾਂ ਤੋਂ ਨਾ ਏਮ ਚੁਣੇ, ਮਤਲਬ ਆਪਣੀ ਜ਼ਿੰਦਗੀ ਬਾਰੇ ਸਪਸ਼ਟ ਨਹੀਂ ਹੁੰਦੇ। ਅਸੀਂ ਦੂਜੇ ਤੋਂ ਤਾਂ ਇਮਾਨਦਾਰੀ ਚਾਹੁੰਦੇ ਹਾਂ ਵੀ ਅਸੀਂ ਹੁੰਦਾ ਕੀ ਹੈ, ਅਸੀਂ ਚਾਹੁੰਦੇ ਹਾਂ ਵੀ ਭਗਤ ਸਿੰਘ ਤਾਂ ਸਾਡੇ ਘਰ 'ਚ ਜੰਮੇ ਨਾ, ਸਰ ਦੂਜੇ ਦੇ ਘਰ 'ਚ ਜੰਮੇ, ਅਸੀਂ ਭਗਤ ਸਿੰਘ ਦੀ ਪ੍ਰਸ਼ੰਸਾ ਕਰੀਏ। ਜੇ ਤੁਹਾਨੂੰ ਇਹ ਮਤਲਬ ਅਸੀਂ, ਕਿਉਂਕਿ ਮੇਰੀ ਥੋੜ੍ਹੀ ਐਕਸੈਪਸ਼ਨਲ ਵੀ ਇਹ ਹੋ ਸਕਦਾ ਕਿਉਂਕਿ ਅਸੀਂ ਜਦੋਂ ਵਿਦਿਆਰਥੀ ਲਹਿਰ 'ਚੋਂ ਨਿਕਲੇ ਫਿਰ ਨਕਸਲੀਆਂ ਨਾਲ ਮਤਲਬ ਕਈ ਗੱਲਾਂ ਇਹੋ ਜਿਹੀਆਂ ਜਿਹੜੀਆਂ ਅਲਟਰਨੇਟਿਵ ਜੀਵਨ ਜਾਂਚ ਕੀ ਹੋ ਸਕਦੀ ਹੈ। ਮੈਂ ਹੁਣ ਵੀ ਇਸ ਗੱਲ 'ਤੇ ਖੜ੍ਹਾ ਕਿ ਇਹ ਜੀਵਨ ਜਾਂਚ ਬਹੁਤਾ ਚਿਰ ਚੱਲ ਨਹੀਂ ਸਕਦੀ। ਜਿਹੜੀ ਮੰਨ ਲਓ ਅਸੀਂ ਇੱਥੋਂ ਯੂਨੀਵਰਸਿਟੀ ਤੁਹਾਡੇ ਅਸੀਂ 25-30 ਸਾਲ ਤੋਂ ਕਿਤੇ ਨਾ ਕਿਤੇ ਦੋਸਤੀਆਂ ਕਰਕੇ ਤਾਂ ਕਿਸੇ ਸੈਮੀਨਾਰ 'ਚ ਜਾਂ ਆਉਣਾ ਸ਼ੁਰੂ ਹੋਏ ਹਾਂ। ਅਤੇ ਹੁਣ ਜਿੰਨੀਆਂ ਕਾਰਾਂ ਅੰਦਰ ਘੁੰਮਦੀਆਂ ਨੇ, ਜਿੰਨੇ ਬਾਈਕ ਅੰਦਰ ਘੁੰਮਦੇ ਨੇ, ਇੱਕ ਜਦੋਂ ਅਸੀਂ ਪਹਿਲਾਂ ਆਉਣੇ ਸੀ ਤਾਂ ਬਿਲਕੁਲ ਸ਼ਾਂਤ ਹੁੰਦਾ, ਕੁਛ ਹੁੰਦਾ ਹੀ ਨਹੀਂ। ਇਹ ਤਰੱਕੀ ਲੈ ਕੇ ਕਿੱਥੇ, ਮਤਲਬ ਬੰਦੇ ਦੇ ਮਨ 'ਚ ਨਾ ਦੋ ਗੱਲਾਂ ਆਪਣੇ ਸਮਾਜ ਪ੍ਰਤੀ ਅਤੇ ਆਪਣੇ ਪ੍ਰਤੀ ਬੜਾ ਸਪਸ਼ਟ ਹੋਣਾ ਚਾਹੀਦਾ। ਇਹ ਤਰੱਕੀ ਤੁਹਾਨੂੰ ਲੈ ਕੇ ਕਿੱਥੇ ਜਾਓ, ਕਿੰਨਾ ਚਿਰ ਚੱਲ ਸਕਦੀ ਹੈ, ਕਿੰਨਾ ਚਿਰ ਇਹ ਤਰੱਕੀ ਚੱਲ ਸਕਦੀ ਹੈ। ਇਹ ਤਰੱਕੀ ਜੇ ਨਹੀਂ ਚੱਲ ਸਕਦੀ ਬਹੁਤਾ ਲੰਬਾ ਸਮਾਂ, ਫਿਰ ਤੁਸੀਂ ਉਸ ਰਾਹ 'ਤੇ ਕਿਉਂ ਤੁਰੋ। ਕੱਲ੍ਹ ਹੀ ਸੁਕੀਰਤ ਨੇ ਸ਼ਾਇਦ ਤੁਹਾਡੀ ਇੱਥੇ ਗੱਲ ਕੀਤੀ, ਜਾਂ ਮੈਂ ਨੈੱਟ 'ਤੇ ਇੱਕ ਨਾ ਜਾਣਕਾਰੀ ਪਈ ਹੋਈ ਹੈ, ਜਿਹੜੇ 3 ਲੱਖ ਤੋਂ ਵੱਧ, ਜਿਹੜੀ 3 ਲੱਖ ਜਿਹਨਾਂ ਦੀ ਮੰਥਲੀ ਇਨਕਮ ਹੈ ਨਾ, ਉਹ ਪੰਜਾਬ 'ਚ 3 ਲੱਖ ਜਾਣੇ ਤੋਂ ਵੱਧ ਜਿਹੜੇ ਇਨਕਮ ਸਿਰਫ 7% ਲੋਕ ਨੇ, ਸਿਰਫ 7% ਲੋਕ ਨੇ ਜਿਹੜੇ 3 ਲੱਖ ਜਾਂ ਇਸ ਤੋਂ ਵੱਧ ਹੀ ਆਮਦਨ ਵਾਲੇ ਨੇ। ਬਾਕੀ 93% ਜਿਹੜੇ ਨੇ ਉਹ ਘੱਟ ਆਮਦਨ ਵਾਲੇ ਨੇ, ਅਤੇ 80% ਉਹ ਲੋਕ ਨੇ ਜਿਹੜੇ ਹੈਂਡ ਟੂ ਮਾਊਥ ਨੇ, ਜਿਨ੍ਹਾਂ ਦੀ ਇਨਕਮ ਇਹੋ ਜਿਹੀ ਹੈ ਕਿ ਜੇ ਉਹ 1 ਮਹੀਨਾ ਉਹਨਾਂ ਨੂੰ ਕਿਤੇ ਉਹ ਇਨਕਮ ਬੰਦ ਹੋ ਜਾਏ ਤਾਂ ਰੋਟੀ ਨਹੀਂ ਖਾ ਸਕਦੇ। ਹੁਣ ਮਤਲਬ ਸਾਡੇ ਕੋਲ ਹੈ ਕੀ ਹੈ, 80% ਉਹ ਲੋਕ ਨੇ ਜਿਹੜੇ ਹੈਂਡ ਟੂ ਮਾਊਥ ਵਾਲੇ ਨੇ, 13% ਉਹ ਲੋਕ ਨੇ, 93% ਜਿਹੜੇ ਮਿਡਲ ਕਲਾਸ ਨੇ, ਜਿਹੜੇ ਸਾਲ 2 ਸਾਲ ਕੱਢ ਸਕਦੇ ਨੇ ਪ੍ਰੈਸ਼ਰ। ਅਤੇ ਉੱਪਰ ਤਾਂ ਕਿੰਨੇ ਸਾਡੇ ਕੋਲ ਜੀ ਰਹੇ, ਜੇ 'ਚ ਤੁਹਾਡੀ ਯੂਨੀਵਰਸਿਟੀ ਦੇ ਪ੍ਰੋਫੈਸਰ ਹੀ ਨੇ, ਉਹ ਲੋਕ ਸਿਰਫ 7% ਨੇ। ਬੰਗਲਾਦੇਸ਼ 'ਚ ਪਰ ਇਹ ਰੇਸ਼ੋ ਕੀ ਹੈ, ਬੰਗਲਾਦੇਸ਼ 'ਚ ਉਹ ਲੋਕ ਜਿਹੜੇ 3 ਲੱਖ ਤੋਂ ਵੱਧ ਆਮਦਨ ਨੇ 20% ਨੇ, ਪਰ ਉੱਥੇ ਜਿਹੜੀ ਥੱਲੇ ਵਾਲੀ ਕਲਾਸ ਹੈ ਨਾ ਉਹ 60% ਹੈ। ਮਤਲਬ ਸਾਡੇ ਡਿਸਪੈਰਿਟੀ ਜਿਹੜੀ ਹੈ ਨਾ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਇਹ ਸਾਨੂੰ ਸਾਫ਼ ਹੋਣਾ ਚਾਹੀਦਾ ਕਿ ਇਹ ਡਿਸਪੈਰਿਟੀ ਇੰਨਾ ਚਿਰ ਜੇ ਲੰਬਾ ਸਮਾਂ ਇਸੇ ਨਾਲ ਚੱਲੇ ਤਾਂ ਬਹੁਤਾ ਲੰਬਾ ਸਮਾਂ ਚੱਲ ਨਹੀਂ ਸਕਦੀ। ਜੇ ਮੰਨ ਲਓ 5% ਕੋ ਇਹੋ ਟ੍ਰੈਂਡ ਚੱਲਿਆ ਗਿਆ, ਹੋਰ 5 ਸਾਲਾਂ 'ਚ 5% ਕੋ ਆ ਜਾਂਦੀ ਹੈ, ਤਾਂ ਜਿਹੜੇ ਹੈਂਡ ਟੂ ਮਾਊਥ ਵਾਲੇ ਹੋਰ ਵੱਧ ਜਾਂਦੇ ਨੇ, ਉਹ 85% ਆ ਜਾਂਦੇ ਨੇ, ਅਤੇ ਭੁੱਖਮਰੀ 'ਚ ਕੀ ਬਣੂਗਾ, ਗ੍ਰਹਿ ਯੁੱਧ ਵਾਲੀ ਹਾਲਤ ਪਹੁੰਚ ਚੁੱਕੀ ਨਾ। ਅਤੇ ਜੇ ਮੰਨ ਲਓ ਅਸੀਂ ਕੋਈ ਬਹੁਤ ਸਾਰੀਆਂ ਕਾਰਾਂ ਕੋਠੀਆਂ ਇਕੱਠੀਆਂ ਵੀ ਕਰ ਲਈਆਂ ਤਾਂ ਕੀ ਕਰੋਗੇ, ਉਹ ਫਿਰ ਤੁਹਾਡੀਆਂ ਦੂਸਰੇ ਗੈਂਗਸਟਰ ਜਾਂ ਹੋਰ ਇਹ ਖੋਹੀਆਂ ਜਾਣਗੀਆਂ ਨਾ। ਮਤਲਬ ਬੰਦੇ ਨੂੰ ਜ਼ਿੰਦਗੀ ਕੀ ਹੈ ਅਤੇ ਜ਼ਿੰਦਗੀ ਦੇ ਸੁਪਨੇ ਕੀ ਹੋ ਸਕਦੇ ਨੇ, ਜ਼ਿੰਦਗੀ ਜਾਣਾ ਕਿੱਥੇ ਹੈ, ਜਾਂ ਤੁਹਾਡਾ ਅਲਟੀਮੇਟ ਏਮ ਕੀ ਹੈ, ਜੇ ਸਾਫ਼ ਹੋਵੇ ਤਾਂ ਮੈਨੂੰ ਲੱਗ ਕੋਈ ਵੀ ਪ੍ਰੈਸ਼ਰ ਨਹੀਂ ਹੁੰਦਾ। ਹੁਣ ਮੇਰੇ ਕੋਲ ਕਾਰ ਨਹੀਂ ਹੈ, ਬੇਟਾ ਬਾਹਰ ਹੈ ਮੇਰਾ ਕੈਨੇਡਾ ਨੌਕਰੀ, ਮੇਰੀ ਇੱਛਾ ਸੀ ਕਿ ਉਹ ਇੱਥੇ ਰਹੇ, ਪਰ ਉਹ ਮਤਲਬ ਡਿਗਰੀ ਉਹਨੇ ਇੱਥੋਂ ਕੀਤੀ ਮੇਰੇ ਤੱਕ, ਇੱਥੋਂ ਤੱਕ ਹੀ ਫਿਰ ਉਹ ਮੇਰੇ ਮਤਲਬ ਆਪਣੇ ਦੋਸਤਾਂ ਦੀ ਜਾਂ ਆਪਣੀ ਮਾਂ ਦੀ ਜਾਂ ਕੁਛ ਇੱਛਾਵਾਂ ਜਾਂ ਰਿਸ਼ਤੇਦਾਰਾਂ ਦੀਆਂ ਇੱਛਾਵਾਂ ਹੁੰਦੀਆਂ, ਮੇਰੇ ਤੋਂ ਚਲਾ ਗਿਆ ਮੇਰੀ ਇੱਛਾ ਦੇ ਬਾਵਜੂਦ। ਪਰ ਮੈਂ ਹਾਲੇ ਤੱਕ ਕਾਰ ਨਹੀਂ ਲਈ। ਸ਼੍ਰੀਮਤੀ ਦਾ ਸੀ ਕਿ ਆਪਾਂ ਘਰ ਨਾ ਥੋੜ੍ਹਾ ਜਿਹਾ ਵੱਖਰਾ ਰਹੇ। ਮੈਂ ਕਿਹਾ ਵੀ ਆਪਾਂ 2 ਕਮਰੇ ਦਾ ਘਰ ਹੈ, ਵੀ ਹੁਣ ਇੱਥੇ ਕੀ ਕਰਾਂਗੇ, ਰਹਿਣਾ ਅਸੀਂ ਦੋਵਾਂ ਨੇ ਹੈ ਨਾ, ਮੁੰਡੇ ਨੇ ਆਉਣਾ ਨਹੀਂ, ਪਤਾ ਨਹੀਂ 10 ਦਿਨ ਆਊ ਕਿ ਨਹੀਂ ਆਊ, ਹੈ ਨਾ, ਕਿਉਂ ਅਸੀਂ ਘਰ ਆ ਕੇ ਸਿਰਫ ਸਫਾਈ ਕਰਨ ਲਈ ਵੀ ਉਹ ਕਮਰੇ ਫਲਾਨਾ। ਮਤਲਬ ਇਹ ਤੁਹਾਨੂੰ ਡਿਸਾਈਡ ਕਰਨਾ ਪਊਗਾ ਕਿ ਤੁਹਾਡੀ ਲੋੜ ਕਿੰਨੀ ਹੈ। ਜਿੰਨੀ ਲੋੜ ਹੈ, ਜੇ ਸਾਨੂੰ ਅਸੀਂ ਕਲੀਅਰ ਹੋ ਜਾਈਏ ਨਾ ਇਸ ਗੱਲ ਵੀ ਇੰਨੀ ਕੁ ਲੋੜ ਹੈ ਅਤੇ ਇਹ ਤੋਂ ਵੱਧ ਨਹੀਂ, ਤਾਂ ਫਿਰ ਕੋਈ ਸਮੱਸਿਆ ਨਹੀਂ ਹੁੰਦੀ। ਅਤੇ ਜੇ ਤੁਹਾਨੂੰ ਵੀ ਹੋਵੇ ਵੀ ਯਾਰ ਲੋੜ ਤਾਂ, ਮਤਲਬ ਇਹ ਥੋੜ੍ਹੀਆਂ ਜਿਹੀਆਂ ਗੱਲਾਂ ਨੇ। ਮਤਲਬ ਮੈਨੂੰ ਲੱਗਦਾ ਜੇ ਤੁਸੀਂ ਥੋੜ੍ਹਾ ਜਿਹਾ ਆਪਣੀ ਜ਼ਿੰਦਗੀ ਬਾਰੇ ਆਪਾਂ ਪ੍ਰੈਸ਼ਰ, ਫਿਰ ਕੋਈ ਪ੍ਰੈਸ਼ਰ ਨਹੀਂ ਹੁੰਦਾ, ਹੈ ਨਾ। ਮੈਨੂੰ ਕਦੀ ਕੋਈ ਚੀਜ਼ ਨਹੀਂ ਹੋਈ ਕਿ ਮੇਰੇ ਕੋਲ ਕਾਰ ਨਹੀਂ ਹੈ, ਜਾਂ ਮੇਰਾ ਕੋਈ ਦੋਸਤ ਆ ਕੇ ਕਹੂਗਾ ਵੀ ਕੀ ਗੱਲ ਹੈ, ਜਾਂ ਮੈਂ ਸਕੂਟਰ 'ਤੇ ਤੁਰਿਆ ਹਾਂ, ਕੋਈ ਮੇਰੇ ਲਾਗੇ ਆ ਕੇ ਮੇਰਾ ਦੋਸਤ ਕਾਰ ਲੈ ਕੇ
ਖੜਾ ਕਰ ਲੂ ਤੇ ਮੈਨੂੰ ਕਦੀ ਕੋਈ ਇਨਫਿਨਿਟੀ ਕੰਪਲੈਕਸ ਨਹੀਂ, ਠੀਕ ਹੈ। ਸਗੋਂ ਮੈਂ ਉਲਟਾ ਕਹਿੰਦਾ ਵੀ ਤੁਸੀਂ ਇੱਕ ਬੰਦਾ ਜਦੋਂ ਕਾਰ ਲੈ ਕੇ ਬਾਜ਼ਾਰ 'ਚ ਤੂੰ ਜਾਣਾ ਤੇ ਤੂੰ ਕਿਉਂ ਸਮੱਸਿਆ ਖੜੀ ਕਰਦਾ, ਹੈ ਨਾ। ਉਹਨਾਂ ਨੂੰ ਉਹ ਝਿਜਕ ਲੱਗਣ ਲੱਗ ਪੈਂਦੀ ਵੀ ਯਾਰ ਜੇ ਮੈਨੂੰ ਟੱਕਰ ਗਿਆ ਤੇ ਉਲਟਾ ਹੁਣ ਉਹਨਾਂ ਨੂੰ ਹੁੰਦਾ ਵੀ ਜੇ ਮੈਨੂੰ ਸਾਨੂੰ ਕੋਈ ਟੱਕਰ ਗਿਆ ਸਾਡੀ ਤਵਾ ਲਾਊਗਾ, ਹੈ ਨਾ। ਇਹ ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੋਣਾ ਚਾਹੀਦਾ। ਜੋ ਕੁਛ ਅਸੀਂ ਕਰਦੇ ਹਾਂ, ਜਿਨ੍ਹਾਂ ਨੇ ਦੇਖੋ ਖਰੀਦਣੀਆਂ ਨੇ ਉਹਨਾਂ ਨੇ ਖਰੀਦੀ ਜਾਣੀ, ਉਹਨਾਂ ਨੂੰ ਕੋਈ ਸਮੱਸਿਆ ਨਹੀਂ। ਪਰ ਜੇ ਤੁਹਾਡੀ ਇਹ ਵਿਸ਼ਵਾਸ ਹੈ ਵੀ ਇਹ ਆ ਜੀ ਜ਼ਿੰਦਗੀ ਠੀਕ ਹੈ, ਤਾਂ ਫਿਰ ਤੁਸੀਂ ਨਾ ਉਹ 'ਤੇ ਵਿਸ਼ਵਾਸ ਰੱਖੋ। ਸਾਲ 2 ਸਾਲ ਤੁਹਾਡਾ ਫਿਰ ਨਾ ਇੱਕ ਹੋਰ ਹੀ ਤਰ੍ਹਾਂ ਦਾ ਮਿੱਝ ਬਣ ਜੂ। ਸੋ ਚੰਗੀ ਗੱਲ ਹੈ। ਸੋ ਆਪਣੇ ਆਪ ਪ੍ਰਤੀ ਜ਼ਰੂਰ ਸੰਸੀਅਰ ਹੋਣਾ ਚਾਹੀਦਾ। ਆਪ ਸਪਸ਼ਟ ਹੋ, ਸੰਸੀਅਰ ਹੋਵੇ, ਕੋਈ ਸਮੱਸਿਆ ਨਹੀਂ। ਸਾਡੇ ਵੇਲੇ ਹੀ ਸੀ, ਸਾਨੂੰ ਪਤਾ ਸੀ ਕਿ ਜੇ ਅਸੀਂ ਆਹ ਕੰਮ ਕਰ ਰਹੇ ਤਾਂ ਸਾਨੂੰ ਉਹਦਾ ਅੱਜ ਨਾ ਭਾਲਕ ਜਾਂ ਉਸ ਵੇਲੇ ਲਗਭਗ ਬਹੁਤੇ ਕਿਤੇ ਨਾ ਕਿਤੇ ਉਹਨਾਂ ਨੂੰ ਉਸ ਕੰਮ ਦਾ ਮਿਲ ਜਾਂਦਾ ਸੀ। ਹੁਣ ਜਦੋਂ ਅਸਲ 'ਚ ਦਿਸ ਨਹੀਂ ਨਾ ਰਿਹਾ ਗਾੜੀ ਕੁਛ, ਹੈ ਨਾ, ਅਤੇ ਜਿਹੜੇ ਜਿੱਤੇ ਜਿੰਨਾ ਚਿਰ ਗਾੜੀ ਮੂਵਮੈਂਟ ਨਹੀਂ, ਜਦੋਂ ਹੁਣ ਆਪਾਂ ਇਹਨੂੰ ਇੱਕ ਹੋਰ ਤਰ੍ਹਾਂ ਦੇਖਦੇ ਹਾਂ। ਕਿਸਾਨ ਮੂਵਮੈਂਟ ਤੋਂ ਪਹਿਲਾਂ, ਸ਼ੁਰੂ ਹੋਣ ਤੋਂ ਪਹਿਲਾਂ ਸਾਡੇ ਉਹੀ ਨੌਜਵਾਨਾਂ ਜਿਹਨਾਂ ਨੂੰ ਗੈਂਗਸਟਰ ਕਹਿੰਦੇ ਸੀ, ਜਿਨ੍ਹਾਂ ਨੂੰ ਕਈ ਕੁਛ ਕਹਿੰਦੇ ਸੀ, ਜਦੋਂ ਬਾਰਡਰ ਤੋੜੇ ਨੇ ਉਹੀ ਮੁੰਡੇ ਕੁੜੀਆਂ ਸੀ ਨਾ ਗਾੜੀ। ਅਤੇ ਜਦੋਂ ਦਿੱਲੀ ਗਏ ਨੇ, ਦਿੱਲੀ ਹਜ਼ਾਰਾਂ ਦੇ ਇਕੱਠ 'ਚ, ਮਤਲਬ ਤੁਸੀਂ ਇਹ ਤਾਂ ਹੌਲੀ ਹੌਲੀ ਰਿਸਰਚ ਹੋਣਗੀ ਵੀ ਇਹ ਕਿਹੋ ਜਿਹੀ ਜ਼ਿੰਦਗੀ ਉੱਥੇ ਸਿਰਜੀ ਗਈ ਹੈ। ਉੱਥੇ ਲੱਖਾਂ ਦੇ ਇਕੱਠ ਵੀ ਹੋਏ, ਕਿਤੇ ਇੱਕ ਮਾੜੀ ਇੰਸੀਡੈਂਟ ਛੇੜਛਾੜ ਦੀ, ਜੇਬ ਕੱਟਣ ਦੀ ਜਾਂ ਕੋਈ ਨਹੀਂ ਹੋਈ। ਇੰਨੇ ਇਕੱਠ 'ਚ ਇੰਨਾ ਡਿਸਿਪਲਿਨ ਕਿਉਂ ਸੀ? ਅਸਲ 'ਚ ਕਿਉਂਕਿ ਉਹਨਾਂ ਦੇ ਸਾਹਮਣੇ ਇੱਕ ਸੁਪਨਾ ਸੀ ਕਿ ਅਸੀਂ ਸਰਕਾਰ ਨਾਲ ਟੱਕਰ ਲੈ ਰਹੇ। ਟੱਕਰ ਕੋਈ ਸ਼ੌਕ ਨਾਲ ਨਹੀਂ ਲੈ ਰਹੇ, ਟੱਕਰ ਇਸ ਕਰਕੇ ਲੈ ਰਹੇ ਹਾਂ ਕਿ ਸਾਡੀ ਜ਼ਮੀਨ ਸਾਡੇ ਕੋਲ ਰਹਿਣੀ ਨਹੀਂ। ਸਾਡਾ ਜਿਹੜਾ ਹੋਂਦ ਹੈ, ਜਿਹੜੀ ਜ਼ਮੀਨ ਪੰਜਾਬ 'ਚ ਜਿਹੜੀ ਹੋਂਦ ਜੁੜੀ ਹੋਈ ਨਾ ਜ਼ਿੰਦਗੀ ਦੀ, ਉਹ ਜ਼ਮੀਨ ਨਾਲ ਜੁੜੀ ਹੋਈ। ਸਾਡੀ ਹੋਂਦ ਨੂੰ ਖਤਰਾ, ਅਤੇ ਉੱਥੇ ਜਾ ਕੇ ਲੜੇ ਨੇ। ਉਹ ਲੜਾਈ ਨੇ ਇੱਕ ਨਵੀਂ ਜ਼ਿੰਦਗੀ ਦਾ ਸੁਪਨਾ ਸਿਰਜਿਆ। ਨਹੀਂ ਤਾਂ ਇੱਥੇ ਕਿਤੇ 10,000 ਦਾ ਵੀ ਇਕੱਠ ਹੋਏ ਤਾਂ ਕੰਟਰੋਲ 'ਚ ਨਹੀਂ ਹੁੰਦਾ, ਹੈ ਨਾ। ਅਤੇ ਉੱਥੇ ਜੇ ਇਸ ਕਿਸਮ ਦਾ ਉਹਨੇ ਕੀ ਕੁੜੀਆਂ ਮੁੰਡੇ ਨੇ, ਮੇਲਸ ਨੇ, ਉਹਨੇ ਕੀ ਫੀਮੇਲਸ ਨੇ। ਅਤੇ ਇਹ ਕਿਉਂ ਹੋਇਆ? ਜੇ ਅੱਜ ਵੀ ਹੁਣ ਇਹ ਤੁਸੀਂ ਇੱਕ ਹੋਰ ਦੇਖੋ, ਜਿਹੜੇ ਸਟੂਡੈਂਟ ਇੱਥੇ ਵੀ ਔਰਗੇਨਾਈਜੇਸ਼ਨਾਂ ਨਾਲ ਜੁੜੇ ਹੋਏ ਨੇ, ਉਹ ਮੁਕਾਬਲਤਨ ਵੱਧ ਮਿਹਨਤੀ ਹੋਣਗੇ, ਵੱਧ ਦੀ ਜ਼ਿੰਦਗੀ ਪ੍ਰਤੀ ਸੁਚੇਤ ਹੋਣਗੇ। ਉਹ ਭਾਵੇਂ ਜਥੇਬੰਦੀ 'ਚ ਕੰਮ ਕਰਦੇ ਹੋਣਗੇ, ਪਰ ਪੜ੍ਹਾਈ ਪ੍ਰਤੀ ਸਾਡੇ ਵੇਲੇ ਇਹ ਸੀ ਹੁੰਦਾ ਸੀ ਕਿ ਅਸੀਂ ਜਿਹੜੇ ਮੂਵਮੈਂਟ ਸੀਗੇ, ਅਸੀਂ ਲਗਭਗ ਦੂਸਰੇ ਵਿਦਿਆਰਥੀਆਂ ਨਾਲੋਂ ਇੰਟੈਲੀਜੈਂਟ, ਮਤਲਬ ਪੜ੍ਹਾਈ 'ਚ ਵੀ ਜ਼ਿਆਦਾ ਹੁੰਦੇ ਸੀ, ਅਤੇ ਆਲੇ ਦੁਆਲੇ ਬਾਕੀ ਚੀਜ਼ਾਂ ਪੜ੍ਹਨ 'ਚ ਵੀ ਅੱਗੇ ਹੁੰਦੇ ਸੀ। ਗੱਲ ਫਿਰ ਉੱਥੇ ਹੁੰਦੀ ਹੈ ਕਿ ਜੇ ਮਤਲਬ ਸਾਡੇ ਕੋਲ ਸਮਾਜ 'ਚ ਆਈਡਲ ਗੁਆਚ ਗਏ ਨੇ, ਹੈ ਨਾ। ਜੇ ਸਾਡਾ ਆਈਡਲ ਕ੍ਰਿਸ਼ਮਾ ਕਪੂਰ ਹੈ ਜਾਂ ਅਮਿਤਾਭ ਬੱਚਨ ਹੈ ਜਾਂ ਸ਼ਾਹਰੁਖ ਖਾਨ ਹੈ, ਅਤੇ ਫਿਰ ਅਸੀਂ ਜਿੰਮ ਅਤੇ ਬਿਊਟੀ ਪਾਰਲਰ ਅਤੇ ਇਹੋ ਜਿਹੇ ਥਾਵਾਂ 'ਤੇ ਵੱਧ ਸਮਾਂ ਬੀਤੂਗਾ। ਜੇ ਸਾਡੇ ਆਈਡਲ ਹੋਰ ਨੇ, ਮੈਂ ਸ਼ਾਇਦ ਇੱਕ ਨਾ ਮੈਂ ਫਗਵਾੜੇ ਇੱਕ ਕੁੜੀ ਹੈ, ਸ਼ਾਇਦ ਜੇ ਕੋਈ ਜਲੰਧਰ ਵੱਲ ਦਾ ਹੋਊਗਾ ਜਾਂ ਫਗਵਾੜੇ ਦਾ ਤੁਹਾਨੂੰ ਪਤਾ ਹੋਊਗਾ, ਲਲਿਤ ਸਿਕਲਾਨੀ। ਉਹ ਪਿਛਲੇ 20 ਸਾਲਾਂ ਤੋਂ ਝੁੱਗੀ ਝੌਂਪੜੀਆਂ ਦਾ ਸਕੂਲ ਚਲਾ ਰਹੀ ਹੈ, ਪਿਛਲੇ 20 ਸਾਲਾਂ ਤੋਂ। ਮਤਲਬ ਅਸੀਂ ਤਾਂ ਕਈ ਵਾਰੀ ਨਾ, ਸਾਤੋਂ ਨੂੰ ਬਹੁਤ ਛੋਟੀ ਹੈ, ਅਤੇ ਅਸੀਂ ਛੋਟੀ ਭੈਣ ਵੀ ਕਹੀਦਾ ਉਹਨੂੰ, ਬੇਟੀ ਵੀ ਕਹੀਦਾ, ਅਤੇ ਅਸੀਂ ਕਹਿੰਦੇ ਵੀ ਯਾਰ ਤੇਰੀ ਜ਼ਿੰਦਗੀ ਸਲੂਟ ਕਰਨ ਨੂੰ ਜੀ ਕਰਦਾ। ਮਤਲਬ ਉਹਨੇ ਇੰਨੀਆਂ ਲੋੜਾਂ ਆਪਣੀਆਂ ਘਟਾ ਲਈਆਂ ਹੋਈਆਂ। ਰੋਟੀ ਖਾਣ ਦੀ ਕਹਿੰਦੀ ਮੈਨੂੰ ਕੋਈ ਬਹੁਤੀ ਨਹੀਂ, ਜਿੰਨੇ ਕੁ ਹੈਗੀ ਹੈ ਮੇਰੇ ਕੋਲ, ਹੈ ਨਾ। ਅਤੇ ਸਵੇਰੇ 10 ਵਜੇ ਜਾ ਕੇ ਉਹ ਝੁੱਗੀ ਝੌਂਪੜੀ, ਜਿੱਥੇ ਉਹਨੇ ਇੱਕ ਛੋਟਾ ਇੱਕੋ ਹੀ ਕਮਰਾ, ਉੱਥੇ ਬਹਿ ਜਾਂਦੀ ਹੈ। ਉਹ ਜਿਹੜੇ ਬੱਚੇ ਆਈ ਜਾਂਦੇ ਨੇ ਉੱਥੇ ਕਲੋਨੀਆਂ ਜੀਆਂ ਆਸੇ ਝੁੱਗੀ ਝੌਂਪੜੀਆਂ, ਉਹਨਾਂ ਨੂੰ ਊੜਾ ਐੜਾ ਸਿਖਾ ਦਿੰਦੀ ਹੈ, ਕਿਸੇ ਨੂੰ ਕੁਛ ਸਿਖਾਉਂਦੀ ਹੈ ਕੁਛ, ਅਤੇ ਉਹਨੇ 5 ਵਜੇ ਤੱਕ ਉੱਥੇ ਰਹਿਣਾ। ਬੱਚਿਆਂ ਨੂੰ ਜ਼ਿੰਦਗੀ ਕਿੱਦਾਂ ਜੀਣੀ ਹੈ ਨਾ, ਤੁਹਾਡੇ ਸੁਪਨੇ ਕੀ ਹੋ ਸਕਦੇ ਨੇ। ਅਤੇ ਸਿਰਫ ਅਤੇ ਸਿਰਫ ਉਹ 10ਵੀਂ ਤੱਕ ਉਹਨਾਂ ਨੂੰ ਨਾ ਕਿਸੇ ਰੂਪ 'ਚ ਪ੍ਰਾਈਵੇਟ ਇਮਤਿਹਾਨ ਦਿੰਦੇ, ਕੋਈ ਰੈਗੂਲਰ ਸਕੂਲ ਨਹੀਂ ਹੈ। ਇੱਕ ਕਮਰੇ 'ਚ ਕੀ 40-50 ਬੱਚੇ, ਕੋਈ ਆ ਗਿਆ ਕੋਈ ਚਲਾ ਗਿਆ, ਬੱਚੇ ਜਿਹੜੇ ਰੱਦੀ ਇਕੱਠੀ ਕਰਨ ਵਾਲੇ, ਉਹ ਵੀ ਉਹਦੇ ਕੋਲ ਜਾ ਕੇ ਨਾ ਆਪਣਾ ਟਾਈਮ ਕੱਢ ਕੇ ਉੱਥੇ ਜਾ ਹੁੰਦੇ ਨੇ। ਅਤੇ ਹੁਣ ਜ਼ਿੰਦਗੀ ਦਾ ਆਈਡਲ ਉਹ ਮੈਂ ਕਈ ਵਾਰੀ ਸੋਚਦਾ, ਮਤਲਬ ਹੁਣ ਉੱਥੇ ਕਈ ਵਾਰੀ ਲਾਇਨਸ ਕਲੱਬ ਵਾਲੇ ਆਉਂਦੇ ਆ, ਕੋਈ ਆਉਂਦਾ ਜੀ ਤੁਹਾਨੂੰ ਅਸੀਂ ਦੱਸੋ ਕਿੰਨੀ ਡੋਨੇਸ਼ਨ ਚਾਹੀਦੀ ਹੈ, ਅਸੀਂ ਤੁਹਾਨੂੰ ਕਮਰਾ ਸੱਦ ਦਿੰਦੇ। ਉਹ ਕਹਿੰਦੇ ਨਹੀਂ ਮੈਨੂੰ ਕੁਛ ਨਹੀਂ ਚਾਹੀਦਾ, ਮੈਨੂੰ ਕੋਈ ਕਮਰਾ ਨਹੀਂ ਚਾਹੀਦਾ, ਮੈਂ ਚਾਹੁੰਦੀ ਕਿ ਤੁਸੀਂ ਇੱਥੇ ਮੇਰੇ ਕੋਲ ਨਾ ਆਓ। ਮੈਂ ਕਿਹਾ ਵੀ ਤੂੰ ਕਿਉਂ ਇੱਦਾਂ ਸੋਚਦੀ ਹੈ?
ਉਹ ਕਹਿੰਦੀ ਮੈਂ ਕਰ ਰਹੀ ਹਾਂ, ਇਹਨਾਂ ਨੂੰ ਫੋਟੋਆਂ ਚਾਹੀਦੀਆਂ ਨੇ ਅਤੇ ਮੈਨੂੰ ਫੋਟੋ ਨਹੀਂ ਚਾਹੀਦਾ, ਮੈਨੂੰ ਕੰਮ ਚਾਹੀਦਾ। ਹੁਣ ਅਸਲ 'ਚ ਅਖਬਾਰਾਂ ਜਾਂ ਮੀਡੀਆ ਇਹੋ ਜਿਹੇ ਆਈਡੀਅਲ ਕਿਉਂ ਨਹੀਂ ਸਮਾਜ 'ਚ ਜਿਹੜੇ ਨਾਇਕ ਨੇ ਹਾਲੇ ਵੀ ਪਏ ਹੋਏ, ਸਿਰਫ ਉਹ ਨਾਇਕਾਂ ਵੱਲੋਂ ਧਿਆਨ ਸਾਡਾ ਉਹਦੇ ਹੋਇਆ ਹੈ। ਤੁਹਾਡੇ ਵੀ ਇੱਥੇ ਯੂਨੀਵਰਸਿਟੀ ਕਿਉਂਕਿ ਬਹੁਤ ਸਾਰੇ ਇਹੋ ਜਿਹੀਆਂ ਗੱਲਾਂ ਨਾਇਕ ਹੋਣਗੇ। ਜੇ ਅਸੀਂ ਨਾਇਕ ਉਹਨਾਂ ਨੂੰ ਮੰਨ ਕੇ ਤੁਰਾਂਗੇ ਨਾ, ਜੇ ਉਧਰ ਨੂੰ ਮੀਡੀਆ ਜਾਂ ਹੋਰ ਮਤਲਬ ਇਹ ਚਾਲ ਵੀ ਹੈ ਮੀਡੀਆ ਦੀ, ਕਿਉਂਕਿ ਉਹ ਜੋ ਸਾਡੇ ਰੋਜ਼ ਹੀ ਸਾਡੇ ਸੀਰੀਅਲ ਆ ਰਹੇ ਨੇ ਜਿਹੜੇ ਸਾਡੇ ਹੋਰ ਪ੍ਰੋਗਰਾਮ ਮਨੋਰੰਜਨ ਦੇ ਪ੍ਰੋਗਰਾਮ, ਉਹ ਤਾਂ ਮਤਲਬ ਕੋਈ ਹੈ ਹੀ ਨਹੀਂ। ਅਤੇ ਜਦੋਂ ਅਸੀਂ ਉਹਨਾਂ ਨੂੰ ਦੇਖ ਕੇ ਆਪਣੀ ਜ਼ਿੰਦਗੀ ਦਾ ਡਿਸਾਈਡ ਕਰਾਂਗੇ ਤਾਂ ਸਾਡੀ ਜ਼ਿੰਦਗੀ 'ਚ ਮਤਲਬ ਇਸ ਕਿਸਮ ਦਾ ਆਊਗਾ ਵੀ ਕੀ ਲੋੜ ਹੈ, ਕੰਮ ਕਰਨ ਦੀ ਕੀ ਲੋੜ ਹੈ, ਸਸਤੇ 'ਚ ਹੀ ਪ੍ਰਾਪਤ ਹੋ ਜਾਣਾ ਸਾਰਾ ਕੁਛ। ਅਸਲ 'ਚ ਇਹ ਸਰਕਾਰ ਚਾਹੁੰਦੀ ਕੀ ਹੈ ਜਾਂ ਸਰਕਾਰ ਦਾ ਮਾਡਲ ਕੀ ਹੈ, ਫਿਰ ਉੱਥੇ ਹੀ ਆਉਂਦੇ ਕਿ ਜਿਸ ਦੌਰ 'ਚ ਅਸੀਂ ਰਹਿ ਰਹੇ ਹਾਂ ਉਸ ਦੌਰ 'ਚ ਜੇ ਸਰਕਾਰ ਕਾਰਪੋਰੇਟਾਂ ਦੀ ਇੱਛਾ ਅਨੁਸਾਰ ਕਰਨਾ ਸਾਰਾ ਕੁਛ। ਇਹ ਨਹੀਂ ਕਿ ਪਹਿਲਾਂ ਕਾਰਪੋਰੇਟਾਂ ਦੀ ਇੱਛਾ ਅਨੁਸਾਰ ਨਹੀਂ ਹੁੰਦਾ, ਪਹਿਲਾਂ ਵੀ ਹੁੰਦਾ ਸੀ, ਪਰ ਪਹਿਲਾਂ ਆਰਥਿਕ ਸੰਕਟ ਇੰਨੇ ਡੂੰਘੇ ਨਹੀਂ ਸੀ, ਅਤੇ ਦੂਜਾ ਕਾਰਪੋਰੇਟ ਕੰਜ਼ਿਊਮਰਿਜ਼ਮ ਸਾਡੀ ਲਾਈਫ 'ਚ ਇੰਨਾ ਨਹੀਂ ਸੀ। ਹੁਣ ਦੋ ਗੱਲਾਂ ਵਾਪਰ ਗਈਆਂ, ਇੱਕ ਤਾਂ ਆਰਥਿਕ ਸੰਕਟ ਡੂੰਘਾ ਹੁੰਦਾ ਜਾ ਰਿਹਾ, ਦੂਜਾ ਕੰਜ਼ਿਊਮਰਿਜ਼ਮ ਬਹੁਤ ਹਾਵੀ ਹੁੰਦਾ, ਸਾਡੀ ਲਾਈਫ ਕੰਜ਼ਿਊਮਰ 'ਚ ਰੁੜ ਗਈ ਹੈ। ਹੁਣ ਉੱਥੇ ਕੀ ਹੈ ਕਿ ਜਿੰਨਾ ਅਸੀਂ ਵੱਧ ਬ੍ਰਾਂਡ ਖਰੀਦਾਂਗੇ ਓਨਾ ਕਾਰਪੋਰੇਟ ਸਟਰੋਂਗ ਹੋ ਰਿਹਾ। ਅਸੀਂ ਕਈ ਵਾਰੀ ਇਹ ਸੋਚਦੇ ਹਾਂ ਵੀ ਅਸੀਂ ਕਾਰਪੋਰੇਟ ਜੀਵਨ ਜਾਂਚ ਦੇ ਖਿਲਾਫ, ਅਸੀਂ ਕਾਰਪੋਰੇਟ ਦੇ ਵਿਰੋਧ ਕਰਾਂਗੇ, ਪਰ ਕਿਤੇ ਨਾ ਕਿਤੇ ਸਾਨੂੰ ਉਹ ਜੀਵਨ ਜਾਂਚ ਵੀ ਸਿਰਜਣੀ ਪਊਗੀ ਨਾ। ਜੇ ਅਸੀਂ ਬ੍ਰਾਂਡ ਪਾਉਣੇ ਨੇ, ਜੇ ਅਸੀਂ ਗੱਡੀ ਦਾ ਮਾਡਲ ਬਦਲਣਾ ਹਰ ਸਾਲ, ਜੇ ਅਸੀਂ ਨਵਾਂ ਘਰ ਨਵੇਂ ਅਨੁਸਾਰ ਬਣਾਉਣੇ ਨੇ, ਅਤੇ ਫਿਰ ਕਾਰਪੋਰੇਟ ਦਾ ਮਾਲ ਕਿੱਥੋਂ ਆਉਣਾ? ਮਾਲ ਤਾਂ ਕਾਰਪੋਰੇਟ ਮਤਲਬ ਕਿਤੇ ਨਾ ਕਿਤੇ ਦੇਖੋ, ਸਾਨੂੰ ਮੈਨੂੰ ਲੱਗਦਾ ਵੀ ਸਾਡੇ ਕੋਲ ਬੈਸਟ ਜਿਹੜੀ ਉਦਾਹਰਨ ਹੈ ਉਹ ਬਾਬੇ ਨਾਨਕ ਵਾਲੀ ਜੀਵਨ ਜਾਂਚ ਹੈ। ਉਹ ਕੀ ਹੈ? ਕੰਮ ਕਿਰਤ ਕਰੋ ਅਤੇ ਵੰਡ ਕੇ ਛਕੋ। ਜੇ ਇਹ ਨਾ ਹੁੰਦਾ ਤਾਂ ਬਾਬੇ ਨਾਨਕ ਨੂੰ ਆਪਣੀ ਉਮਰ ਦੇ ਆਖਰੀ ਪੜਾਅ 'ਚ ਆ ਕੇ ਕੀ ਲੋੜ ਸੀ ਹਲ ਪਾਉਣ ਦੀ, ਹੈ ਨਾ। ਆਪਾਂ ਸਾਰੇ ਜਾਣਦੇ ਹਾਂ ਕਿ ਉਹਨਾਂ ਨੇ ਆਖਰੀ ਉਮਰ ਦੇ ਪੜਾਅ 'ਤੇ ਆ ਕੇ ਖੇਤੀ ਕੀਤੀ, ਲੰਗਰ ਚਲਾਇਆ। ਮਤਲਬ ਜੇ ਅਸੀਂ ਧਾਰਮਿਕ ਬਹੁਤ ਹੈ, ਪਰ ਅਸੀਂ ਧਰਮ ਸਿਰਫ ਨਾ ਜਦੋਂ ਅਸੀਂ ਮੱਥਾ ਟੇਕਣ ਤੱਕ ਰੱਖਿਆ ਹੋਇਆ। ਜੇ ਅਸੀਂ ਜਿਹੜੀ ਜਾਂ ਜੀਵਨ ਜਾਂਚ ਦੀ ਅਸੀਂ ਕਹਿੰਦੇ ਕਿ ਅਸੀਂ ਦੇ ਪੈਰੋਕਾਰ ਹੈ, ਪਰ ਅਸੀਂ ਹੁਣ ਰੁੜੇ ਹੋਏ ਹਾਂ ਅਸੀਂ ਕੰਜ਼ਿਊਮਰਿਜ਼ਮ 'ਚ। ਇਹਦਾ ਅਲਟਰਨੇਟਿਵ ਹੈ ਨਾ, ਕੋਈ ਜੀਵਨ ਜਾਂਚ ਅਲਟਰਨੇਟਿਵ ਪ੍ਰਣਾਲੀ ਹੀ ਬਚਾ ਸਕਦੀ ਸਾਨੂੰ। ਜੇ ਸਰਕਾਰਾਂ ਨੇ ਇਸ ਰਾਹ 'ਤੇ ਤੁਰੀ ਰਹਿਣਾ, ਅਤੇ ਭਾਵੇਂ ਉਹ ਲਿੰਗੁਇਸਟਿਕ ਵਾਲੇ ਹੋਣ ਅਤੇ ਭਾਵੇਂ ਇੰਜੀਨੀਅਰ ਹੋਣ ਅਤੇ ਭਾਵੇਂ ਡਾਕਟਰ ਹੋਣ, ਡਾਕਟਰਾਂ ਨੂੰ ਤੁਸੀਂ ਜਾ ਕੇ ਜਿਹੜੇ ਨਾ ਵੱਡੇ ਨਰਸਿੰਗ ਹੋਮ ਹੈ ਜਾਂ ਹੋਸਟਲ ਹੈ, ਜਿਹੜੇ ਜਾ ਕੇ ਦੇਖੋ ਡਾਕਟਰਾਂ ਦੀ ਹਾਲਤ ਤੁਹਾਡੇ ਨਾਲ ਹੀ ਮਾੜੀ ਹੋਈ। ਕਿਸੇ ਨੂੰ ਨਾ ਜਿਹੜੇ ਜਿੱਥੇ ਉਹਨਾਂ ਨੇ ਜਿਹਨੇ 50 ਕਰੋੜ ਲਾ ਕੇ ਹਸਪਤਾਲ ਲਾਇਆ, ਈਵਨ 40 ਵਰਗੇ ਜਿਹੜੇ ਟ੍ਰੇਨੀ ਡਾਕਟਰ ਉਹਨਾਂ ਨੂੰ ਪੁੱਛਿਓ ਵੀ ਕੀ ਹਾਲਤ ਹੈ। 10 ਸਾਲ ਤੋਂ 15 ਹਜ਼ਾਰ ਰੁਪਏ 'ਚ ਤਨਖਾਹ। ਇੱਕ ਜਿਹੜੇ ਹੈੱਡ ਨੇ ਉਹਨਾਂ ਨੂੰ ਤਾਂ ਜ਼ਰੂਰ ਉਹਨਾਂ ਕੋਲ 40 ਲੱਖ ਦਿੰਦੇ ਹੋਣਗੇ, ਅਤੇ ਜਿਹੜਾ ਥੱਲੇ ਉਹਨਾਂ ਦੇ ਜੂਨੀਅਰ ਨੇ ਉਹਨੂੰ 40,000 ਵੀ ਨਹੀਂ ਦਿੰਦੇ। ਹਾਲਤ ਸਾਰੇ ਉੱਪਰ ਹੈ। ਇੱਕ ਸਰਕਾਰ ਇੱਕ ਵਿਸ਼ੇਸ਼ ਤਰ੍ਹਾਂ ਦੀ ਮਾਡਲ ਵੱਲ ਵੱਧ ਰਹੀ ਹੈ, ਜਿਹਦੇ 'ਚ ਉੱਪਰ 'ਤੇ ਸਿਰਫ ਟੌਪ ਹੋਣ 'ਤੇ ਸਿਰਫ ਜਿਹੜੇ ਹੋਣਗੇ ਉਹ ਅੰਨੇ ਅਮੀਰ ਹੋਣਗੇ, ਉਹ ਥੋੜ੍ਹੇ ਹੋਣਗੇ। ਉਹ ਸ਼ਾਇਦ ਹੋ ਸਕਦਾ ਜਿੱਧਰ ਨੂੰ ਅਸੀਂ ਤੁਰ ਰਹੇ ਹਾਂ ਉਹ 2-4% ਰਹਿ ਜਾਣ, ਬਾਕੀ 98% ਅਵੇਲੇਬਲ ਮਜ਼ਦੂਰ। ਉਹ ਮਜ਼ਦੂਰ ਨਹੀਂ ਜਿਹੜੇ ਟੋਕਰੀ ਬਣਾਉਣ ਵਾਲੇ ਨੇ, ਵਾਈਟ ਕਾਲਰ, ਉਹ ਇੰਜੀਨੀਅਰ ਵੀ ਹੋ ਸਕਦੇ ਨੇ, ਉਹ ਡਾਕਟਰ ਵੀ ਹੋ ਸਕਦੇ ਨੇ, ਉਹ ਲਿੰਗੁਇਸਟਿਕ ਵਾਲੇ। ਉਹ ਮਜ਼ਦੂਰ ਜਿਹੜੇ ਵਾਈਟ ਕਾਲਰ ਮਜ਼ਦੂਰ ਹੈ ਉਹ ਅਵੇਲੇਬਲ ਹੋਣ 10-15 ਹਜ਼ਾਰ 'ਤੇ। ਇਸ ਡਿਵੈਲਪਮੈਂਟ ਦਾ ਜਿਹੜਾ ਮਾਡਲ ਹੈ, ਜਿਹੜਾ ਸਾਡੀ ਸਰਕਾਰ ਨੇ ਅਪਣਾਇਆ ਹੋਇਆ ਪਹਿਲਾਂ ਵੀ ਉਹੀ ਸੀ, ਪਰ ਇਸ ਸਰਕਾਰ ਨੇ ਬਹੁਤ ਤੇਜ਼ੀ ਨਾਲ ਉਸ ਰਾਹ ਵੱਲ ਵੱਧ ਰਹੀ ਹੈ। ਇਸ ਮਾਡਲ ਦਾ ਜੇ ਅਸੀਂ ਬਦਲ ਸਿਰਜਣ ਦੀ ਨਾ ਕੋਸ਼ਿਸ਼ ਕੀਤੀ, ਹੈ ਨਾ, ਤੁਹਾਡੇ ਖਾਸ ਕਰੇ ਸਾਡੀ ਜਨਰੇਸ਼ਨ, ਅਸੀਂ ਤਾਂ ਹੁਣ ਮਤਲਬ ਉਸ ਪੜਾਅ 'ਤੇ ਜਿੱਥੇ ਪਹੁੰਚੇ ਹੋਰ ਤਰ੍ਹਾਂ ਪਹੁੰਚੇ ਹੈ। ਜਿਹੜੀ ਯੂਥ ਲਈ ਅੱਜ, ਕਿਉਂਕਿ ਤੁਸੀਂ ਤੁਹਾਡੇ ਸਾਹਮਣੇ ਬਹੁਤ ਜ਼ਿੰਦਗੀ ਪਈ ਹੋਈ ਹੈ, ਤੁਹਾਨੂੰ ਇਸ ਫਿਊਚਰ ਬਾਰੇ, ਇਸ ਜ਼ਿੰਦਗੀ ਦੇ ਸਲੀਕੇ ਬਾਰੇ ਜਿਹੜਾ ਅਸੀਂ ਜੀ ਰਹੇ, ਇੱਕ ਤਾਂ ਸਮੂਹਿਕ ਤੌਰ 'ਤੇ, ਇੱਕ ਨਿੱਜ 'ਤੇ ਵੀ ਸੋਚਣ ਦੀ ਲੋੜ ਹੈ ਕਿ ਜੋ ਅਸੀਂ ਜੀ ਰਹੇ ਹਾਂ, ਜਿਹੜਾ ਸਲੀਕਾ ਜੀ ਰਿਹਾ, ਕੀ ਉਹ ਦੂਜਿਆਂ ਤੋਂ ਵੱਖ ਹੈ?
ਕੀ ਉਹ ਡਿਵੈਲਪਮੈਂਟ ਦੇ ਉਸ ਮਾਡਲ ਤੋਂ ਵੱਖ ਹੈ? ਅਸੀਂ ਮੌਲ 'ਚ ਕਿੰਨੀ ਵਾਰ ਜਾਂਦੇ ਹਾਂ, ਅਸੀਂ ਕਿੰਨੇ ਸਾਡੀਆਂ ਲੋੜਾਂ ਨੇ ਅਤੇ ਕਿੰਨੀ ਸਾਡੀ ਅਸੀਂ ਲੋੜਾਂ ਤੋਂ ਬਿਨਾਂ ਖਰਚੇ ਕਰਦੇ ਨੇ। ਇਹ ਜਿੰਨਾ ਚਿਰ ਆਪਣੀ ਜ਼ਿੰਦਗੀ 'ਚ ਨਿੱਜ 'ਚ ਨਹੀਂ ਨਾ ਸੋਚਾਂਗੇ, ਉਨਾ ਚਿਰ ਕੋਈ ਮਾਡਲ ਸਿਰਜਿਆ ਨਹੀਂ ਜਾ ਸਕਣਾ, ਕਦੀ ਵੀ ਨਹੀਂ ਸਿਰਜਿਆ ਜਾ ਸਕਣਾ। ਅਤੇ ਇਸ ਕਰਕੇ ਸ਼ੁਰੂ ਆਪਣੇ ਤੋਂ ਹੀ ਕਰਨਾ ਪਊਗਾ, ਖੁਦ ਤੋਂ, ਹੈ ਨਾ। ਅਤੇ ਮੈਨੂੰ ਲੱਗਦਾ ਇੱਕ ਵਾਰੀ ਸ਼ੁਰੂ ਕਰਨ ਦੀ ਔਖ ਹੁੰਦੀ ਹੈ, ਗਾਂਹ 'ਚ ਕੋਈ ਸਮੱਸਿਆ ਨਹੀਂ ਹੁੰਦੀ। ਅਤੇ ਦੂਜਾ ਇਹ ਹੁੰਦਾ ਕਿ ਹੋ ਸਕਦਾ ਜਿਵੇਂ ਸਾਡੀ ਜ਼ਿੰਦਗੀ, ਅਸੀਂ ਇਨਕਲਾਬ ਜਦੋਂ ਵਿਦਿਆਰਥੀ ਲਹਿਰ ਸੀ, ਸਾਨੂੰ ਲੱਗਦਾ ਸੀ ਇਨਕਲਾਬ ਹੁਣੇ ਆਇਆ, ਹਾਲੇ ਤੱਕ ਨਹੀਂ ਆਇਆ, ਸਗੋਂ ਨਿਘਾਰ ਆਇਆ। ਪਰ ਇਹ ਨਹੀਂ ਕਿ ਤੁਸੀਂ ਦੀਵੇ ਜਗਾਉਣੇ ਬੰਦ ਕਰ ਦਿਓ, 7 ਤੋਂ ਬਾਅਦ ਤੁਸੀਂ ਜਗਾਓ, ਤੁਸੀਂ ਤੁਹਾਡੇ ਤੋਂ ਬਾਅਦ ਹੋਰ ਜਗਾਓ। ਇਹ ਐਜੀਟੀ ਨਹੀਂ ਤੁਰਿਆ, ਪਰ ਦੀਵੇ ਤਾਂ ਜਗਾਉਣ ਵਾਲੇ ਨੂੰ ਕੁਛ ਨੂੰ ਜ਼ਰੂਰ ਗਾੜੀ ਆ ਕੇ ਕੰਮ ਕਰਨਾ ਚਾਹੀਦਾ। ਇਹ ਜ਼ਿੰਦਗੀ ਹਰ ਹਾਲ 'ਚ ਬਦਲੂਗੀ। ਪਹਿਲੀ ਗੱਲ ਹੈ, ਅੰਤਮ ਗੱਲ ਹੈ, ਹਰ ਹਾਲ 'ਚ ਬਦਲੂਗੀ, ਕਿਉਂਕਿ ਐਜੀਟੀ ਚੱਲ ਨਹੀਂ ਸਕਦਾ। ਐਜੀਟੀ ਜ਼ਿੰਦਗੀ ਬਹੁਤਾ ਸਮਾਂ ਚੱਲ ਨਹੀਂ ਸਕਦੀ, 10 20 40 ਸਾਲ 50 ਸਾਲ। ਅਸੀਂ ਹੁਣ ਦੇਖ ਰਹੇ ਹਾਂ ਵੀ ਸਾਡੇ ਵੇਲੇ ਬਹੁਤ ਸੌਖ ਸੀ, ਸਾਡੇ ਵੇਲੇ ਨੌਕਰੀਆਂ ਦੇ ਬਹੁਤ ਸਾਰੇ ਚਾਂਸ ਸੀ, ਸਾਡੇ ਵੇਲੇ ਸਾਰਾ ਕੁਛ ਸੀ, ਸਾਨੂੰ ਡਿਸਪੈਰਿਟੀ ਦੱਸਦੀ, ਪਰ ਇੰਨੀ ਨਹੀਂ ਸੀ। ਅੱਜ ਤਾਂ ਅਸੀਂ ਦੇਖਦੇ ਹਾਂ ਤਾਂ ਸਾਨੂੰ ਲੱਗਦਾ ਹੀ ਨਹੀਂ ਵੀ, ਮਤਲਬ ਇਹ ਤੁਹਾਡੇ ਸਾਹਮਣੇ ਕੋਈ ਨਹੀਂ ਕਹਿ ਸਕਦਾ ਮੈਨੂੰ ਆਹ ਨੌਕਰੀ ਮਿਲ ਜਾਣੀ ਹੈ। ਫਿਰ ਹੁਣ ਇਹ ਨਿਘਾਰ ਆਇਆ, ਪਰ ਚੇਂਜ ਆਪਣੇ ਤੋਂ ਸ਼ੁਰੂ ਕਰਨੀ ਪਊਗੀ, ਹਰ ਇੱਕ ਨੂੰ ਆਪਣੇ ਤੋਂ ਸ਼ੁਰੂ ਕਰਨੀ ਕਿ ਤੁਸੀਂ ਉਹਦੇ ਲਈ ਕੀ ਕਰ ਰਹੇ, ਤੁਸੀਂ ਉਹ ਚੇਂਜ ਲਈ ਆਪਣੇ ਆਪ ਨੂੰ ਕਿਵੇਂ ਬਦਲ ਲਏ। ਜੇ ਆਪਣੇ ਆਪ ਨੂੰ ਨਹੀਂ ਬਦਲਾਂਗੇ ਤਾਂ ਫਿਰ ਇਹ ਇੰਪੋਸੀਬਲ, ਫਿਰ ਨਹੀਂ ਕੁਛ ਹੋ ਸਕਦਾ।